जीती है और कराटे के हिसाब से मैंने गोल्ड मेडल और ट्रॉफी जीते। बस मेडल ही जीते हैं, पैसा कमाने का कोई जरिया नहीं मिला। मैं तो परेशान हो गई थी बहुत ज़्यादा। मैंने सोचा कि अगर आपको नौकरी देनी है तो दे दो, नहीं तो फिर रहने दो। अच्छा, सरकार कुछ नहीं करती। बोल तो सकती हूँ लेकिन सुन नहीं सकती। सुनने में बस कान की मशीन लगी है। ਕਿ ਹੈਂਡੀਕੈਪ ਕੋਟੇ ਦੇ ਵਿੱਚ ਵੀ ਅਪਲਾਈ ਕੀਤਾ, ਉੱਥੇ ਵੀ ਮੇਰੀ ਜਰਨਲ ਕੈਟਾਗਰੀ ਹੀ ਦੇਖਦੇ ਨੇ। ਸਾਲ ਹੋ ਗਏ ਮੈਨੂੰ ਸੰਘਰਸ਼ ਕਰਦੀ ਨੂੰ, ਹੁਣ ਤੱਕ ਮੇਰੇ ਬੱਚਿਆਂ ਨੂੰ ਇਨਸਾਫ ਨਹੀਂ ਮਿਲਿਆ। ਦੂਸਰਾ ਇਹ ਹੈ ਕਿ ਕਿਤੇ ਅੱਗੇ ਕਿਤੇ ਲੈ ਕੇ ਜਾਣਾ ਹੈ ਤੇ ਉੱਥੇ ਸਿਫਾਰਿਸ਼ ਵੀ ਚਾਹੀਦੀ ਹੈ ਤੇ ਪੈਸਾ ਵੀ ਚਾਹੀਦਾ, ਸਾਡੇ ਕੋਲ ਕੁਝ ਨਹੀਂ ਹੈ। ਮੈਨੂੰ ਕੋਈ ਉਮੀਦ ਨਹੀਂ ਹੈ ਕਿ ਗਵਰਨਮੈਂਟ ਕੋਈ ਇਹਨਾਂ ਵਾਸਤੇ ਕੁਝ ਕਰੇਗੀ। ਕਿਉਂ? ਜਦੋਂ ਸਾਡੇ ਜੀਂਦੇ ਜੀ ਮੇਰੇ ਬੱਚਿਆਂ ਦਾ ਹੱਥ ਕਿਸੇ ਨੇ ਨਹੀਂ ਫੜਿਆ ਤਾਂ ਸਾਡੇ ਜਾਣ ਤੋਂ ਬਾਅਦ ਇਹਨਾਂ ਦਾ ਕੋਈ ਸਪੋਰਟਰ ਨਹੀਂ ਹੈ। ਬੱਚਿਆਂ ਨੂੰ ਤਾਂ ਰੱਬ ਨੇ ਹੀ ਡੈਫ ਐਂਡ ਡੰਮ ਬਣਾਇਆ, ਜਿਹੜਾ ਸਭ ਕੁਝ ਸੁਣ ਸਕਦਾ ਹੈ। ਉਹਨੇ ਹੀ ਨਹੀਂ ਮੇਰੇ ਬੱਚਿਆਂ ਦਾ ਕੁਝ ਸੋਚਿਆ, ਤਾਂ ਮੈਂ ਇਨਸਾਨਾਂ ਨੂੰ ਜਿਸ ਸਿਸਟਮ ਨੂੰ ਬੋਲ ਕੇ ਕੀ ਕਰਨਾ ਹੈ, ਕੋਈ ਨਹੀਂ ਸੁਣਦਾ। ਜ਼ਿੰਦਗੀ ਸੰਘਰਸ਼ ਭਰਪੂਰ ਹੈ, ਕਹਿੰਦੇ ਹਾਰ ਨਹੀਂ ਮੰਨਣੀ ਚਾਹੀਦੀ। ਪਰ ਜੋ ਸਾਡਾ ਸਿਸਟਮ ਹੈ, ਇਹ ਸਿਸਟਮ ਨੇ ਵੱਡੇ ਵੱਡੇ ਲੋਕਾਂ ਦੇ ਗੋਡੇ ਲਵਾ ਦਿੱਤੇ ਨੇ। ਵੈਸੇ ਤਾਂ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਬੱਚਿਆਂ ਨੂੰ ਖੇਡਾਂ ਵੱਲ ਲਿਆਓ, ਇਹਨਾਂ ਦਾ ਫਿਊਚਰ ਵਧੀਆ ਹੋਵੇਗਾ। ਪਰ ਜਿਸ ਘਰ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ, ਇਸ ਘਰ ਦੇ 3 ਬੱਚੇ 골ਡ ਮੈਡਲਿਸਟ ਨੇ। ਘਰ ਦੇ ਵਿੱਚ ਸਰਟੀਫਿਕੇਟ ਅਤੇ ਮੈਡਲਾਂ ਦੇ ਢੇਰ ਲੱਗੇ ਹੋਏ ਨੇ। ਪਰ ਬਦਕਿਸਮਤੀ ਇਹ ਹੈ ਕਿ ਇਹ ਤਿੰਨੇ ਬੱਚੇ ਬੇਰੁਜ਼ਗਾਰ ਨੇ। ਇੱਕ ਗੱਲ ਹੋਰ ਮੈਂ ਦੱਸ ਦਿੰਦਾ, ਮੇਰੇ ਨਾਲ 2 ਬੱਚੇ ਬੈਠੇ ਨੇ। ਇਹ ਦੋਨੋਂ ਬੱਚੇ ਹੈਂਡੀਕੈਪ ਨੇ। ਪਹਿਲਾਂ ਤਾਂ ਇਹ ਬੱਚੇ ਸੁਣਨ ਅਤੇ ਬੋਲਣ ਤੋਂ ਅਸਮਰੱਥ ਸੀ, ਪਰ ਹੁਣ ਇਹ ਬੱਚੇ ਕਾਫੀ ਹੱਦ ਤੱਕ ਬੋਲ ਵੀ ਸਕਦੇ ਨੇ ਤੇ ਸੁਣ ਵੀ ਸਕਦੇ ਨੇ। ਪਰ ਇਹਨਾਂ ਬੱਚਿਆਂ ਦੀ ਸਿਸਟਮ ਨੇ ਕਾਫੀ ਹੱਦ ਤੱਕ ਹਿੰਮਤ ਵੀ ਤੋੜ ਦਿੱਤੀ ਹੈ। ਇਹ ਬੱਚੇ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਆ। ਨੀਰਜ ਅਤੇ ਜੋਤੀ ਮੌਜੂਦ ਨੇ। ਨੀਰਜ ਤੇ ਜੋਤੀ, ਸਭ ਤੋਂ ਪਹਿਲਾਂ ਸਵਾਗਤ ਹੈ ਟੀਵੀ ਪੰਜਾਬ ਤੇ। ਧੰਨਵਾਦ। ਸਭ ਤੋਂ ਪਹਿਲਾਂ ਐਂ ਦੱਸੋ ਵੀ ਤੁਸੀਂ ਕਿਹੜੀ ਗੇਮ ਖੇਡਦੇ ਰਹੇ ਹੋ ਤੇ ਕਿਹੜੇ ਮੈਡਲ ਤੁਸੀਂ ਜਿੱਤੇ ਨੇ? ने मार्शल आर्ट खेला और सारे मेडल जीते हैं जो आपके सामने प्रस्तुत हैं। बाकी सब मैंने तो सिर्फ बैडमिंटन खेले हैं। बैडमिंटन में गोल्ड मेडल जीते हैं और ब्लैक बेल्ट के हिसाब से कराटे के हिसाब से मैंने गोल्ड मेडल और ट्रॉफी जीते हैं बस। ਅੱਛਾ, ਇਹ ਖੇਡਣ ਦਾ ਸ਼ੌਂਕ ਕਿੱਥੋਂ ਪਿਆ ਤੁਹਾਨੂੰ? ਕਰਾਟੇ ਦਾ ਸ਼ੌਂਕ ਕਿਵੇਂ ਪਿਆ? ਘਰਦਿਆਂ ਨੇ, ਮੰਮੀ ਨੇ ਕਿਹਾ ਸੀ, ਪਾਪਾ ਨੇ ਕਿਹਾ ਸੀ ਕਿ ਜਾਂ ਆਪ ਹੀ ਖੁਦ ਬਚਪਨ ਤੋਂ ਸ਼ੌਂਕ ਸੀ ਵੀ ਕਰਾਟੇ ਖੇਡਣੇ ਨੇ? शौक तो था नहीं, वो मम्मी पापा ने मुझको इसमें डाला क्योंकि इनको उसमें फ्यूचर नज़र आ रहा था। ये बोल रहे थे कि तुम जहाँ पर खेलोगे तो हष्ट पुष्ट रहोगे, हष्ट पुष्ट। और यहाँ से अगर सारे मेडल जीत भी लेंगे ना तो इसको सरकार को दिखाएंगे और उनको बताएंगे कि हमारी मेहनत है। तो शुरू से नहीं था, आगे आगे टाइम पर मम्मी ने ये सब उनके ये सब लाभ बताए तो मैं इसमें इस क्षेत्र में आ गया और मैंने प्रैक्टिस की और मैंने थोड़ा बहुत ज़्यादा मन लगाया, करता रहा और यहाँ तक पहुँच गया। ਅੱਛਾ, ਮੰਮੀ ਨੇ ਫਾਇਦੇ ਦੱਸੇ ਤੁਹਾਨੂੰ, ਇਹਦਾ ਤੁਹਾਨੂੰ ਲੱਗਾ ਵੀ ਇਹ ਗੇਮ ਖੇਡਾਂਗਾ ਤੇ ਇਹਦਾ ਫਿਊਚਰ ਵਧੀਆ ਹੋ ਜਾਏਗਾ। ਹੁਣ ਤੁਸੀਂ ਗੇਮ ਛੱਡਤੀ ਹੈ, ਹੁਣ ਤੁਹਾਨੂੰ ਫਿਊਚਰ ਕਿਵੇਂ ਦਾ ਲੱਗ ਰਿਹਾ? अब तो छोड़ ही दी, अब तो ठीक ही है। मतलब अभी तो मन नहीं कर रहा है, अभी बस मेडल ही जीते हैं, पैसा कमाने का कोई जरिया नहीं मिला। क्योंकि हमने इतने सारे मेडल जीते हैं तो हमने फ़ोटो भी खिंचवाई दिखाने के लिए कि हमने कितना मेहनत की है। खेल वालों को भी और जो सरकार है वहाँ तक हमारी बात पहुँचे इसलिए खिंचवाई, लेकिन उनकी ओर से कोई
प्रतिक्रिया आई नहीं कुछ नहीं। ਅੱਛਾ ਫਿਊਚਰ ਵਧੀਆ ਕਰਨ ਲਈ ਤੁਸੀਂ ਖੇਡੇ ਵੀ, ਇਹ ਮੈਡਲ ਵੀ ਜਿੱਤੇ, ਹੁਣ ਫਿਊਚਰ ਦੇ ਵਿੱਚ ਅੱਗੋਂ ਸਰਕਾਰ ਨੇ ਬਾਹ ਨਹੀਂ ਫੜੀ ਤਾਂ ਇਹਨਾਂ ਮੈਡਲਾਂ ਨੂੰ ਦੇਖ ਕੇ ਕਿਵੇਂ ਦਾ ਮਹਿਸੂਸ ਹੁੰਦਾ ਫਿਰ? अच्छा लगता है बहुत ही, क्योंकि जी हमारे प्रतिभा से जीते हैं। अब हमने अपनी प्रतिभा से जीते हैं, हमें बहुत अच्छा लगा। लेकिन प्रतिभा से हमने सब कुछ जीते हैं, लेकिन सबका आगे जाके कोई मोल तो है नहीं, क्योंकि इससे पैसा तो कमा नहीं सकते। बस ये दिखाने के लिए कि हमारी मेहनत लगी है इसमें सब मेडल को जीतने के लिए। ਹੁਣ ਫਿਰ ਗੁੱਸਾ ਨਹੀਂ ਆਉਂਦਾ ਵੀ ਇੰਨੀ ਮਿਹਨਤ ਕੀਤੀ, ਮੈਡਲ ਜਿੱਤੇ, ਪਰ ਸਰਕਾਰ ਬਾਹ ਨਹੀਂ ਫਾੜੀ? बहुत 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 गुस्सा आता है, लेकिन सब पर गुस्सा करने से क्या लाभ? हम तो आगे बढ़ जाते हैं। ये सब तो सिर्फ मोह मिट्टी के हैं बस। इसको अगर बेच भी देंगे तो हम पैसे कमा सकते हैं, और इससे कला का कोई अपमान नहीं होगा। जो हमारी जो प्रतिभा है उसका कोई अपमान नहीं होगा, क्योंकि यही हम अपने प्रतिभा से जीते हैं, और इसी को अब हम अपनी प्रतिभा से बेच सकते हैं। ਹਿੰਮਤ ਅਜੇ ਵੀ ਬਰਕਰਾਰ ਹੈ। ਜੋਤੀ ਨਾਲ ਗੱਲ ਕਰਦੇ ਹਾਂ। ਜੋਤੀ, ਤੁਸੀਂ ਇੱਕ ਬਲੈਕ ਬੈਲਟ ਵੀ ਜਿੱਤੀ, ਕਰਾਟੇ ਦੇ ਵਿੱਚ ਸ਼ਾਇਦ ਜਿੱਤੀ। ਤੁਸੀਂ ਵੀ ਕਰਾਟੇ ਦੇ ਤੁਹਾਨੂੰ ਸ਼ੌਂਕ ਸੀ ਜਾਂ ਮੰਮੀ ਨੇ ਦੱਸਿਆ ਸੀ ਵੀ ਖੇਡੋਗੇ ਤਾਂ ਇਹਦੇ ਇਹ ਫਾਇਦੇ ਹੋਣਗੇ, ਇਸ ਕਰਕੇ ਸ਼ੁਰੂ ਕੀਤੇ ਸੀ ਕਰਾਟੇ ਖੇਡਣੇ, ਕਿ ਜਾਂ ਵੈਸੇ ਸ਼ੌਂਕ ਸੀ? मेरा मन था कि स्कूल तो पढ़ाई कर ली है, तो अभी मैं कुछ करती हूँ, कुछ करना चाहती हूँ, ताकि दूसरों को दिखा सकूँ यही कि मैंने गेमों में ये किया है और मेडल वगैरह जीता है। और भी मैंने माँ बाप, जो मेरा सपना था वो मैंने वही किया। जो मैंने अपने माँ बाप से बात किया, माँ बाप से बात करके भी मैंने उनको बोला कि मुझे गेमों में जाना है। मेरे पास और कोई गेम नहीं था, तो मैंने यही जाना है। तो अभी उन्होंने बात की, बात करने के बाद उन्होंने मुझे डाल दिया और मैंने ये किया। और मेरे ये मेहनत थी बहुत, फिर मैंने इसको मेहनत करके ये मेडल जीती। ਅੱਛਾ, ਕਰਾਟੇ ਦੇ ਨਾਲ ਤੁਸੀਂ ਬੈਡਮਿੰਟਨ ਵੀ ਖੇਡਦੇ ਹੋ? दोनों ही इकट्ठा खेला, दोनों ਅੱਛਾ, ही। ਬੈਡਮਿੰਟਨ ਦੇ ਵਿੱਚ ਕਹਿੰਦੇ ਤੁਸੀਂ ਪਹਿਲੀ ਵਾਰੀ 골ਡ ਮੈਡਲ ਜਿੱਤ ਲਿਆ ਬਿਨਾਂ ਟ੍ਰੇਨਿੰਗ ਤੋਂ, ਤੁਹਾਡੀ ਮੰਮੀ ਦੱਸ ਰਹੇ ਸੀ। ਉਹ ਕਿਵੇਂ ਸੀ ਸੀਨ, ਕਿਵੇਂ ਤੁਸੀਂ ਦੱਸੋਗੇ ਥੋੜਾ? पहली बार जब मैंने जीता था तो जीता ही था, तो बस अच्छा ही लगा बस। तो मेरा मन तो था कि कर लेती हूँ, तो मैंने कर लिया बस। ਹੁਣ ਫਿਰ ਇਹ ਜਦੋਂ ਤੁਸੀਂ ਬੈਡਮਿੰਟਨ ਵੀ ਖੇਡਿਆ, ਕਰਾਟੇ ਵੀ ਖੇਡੇ, ਇਹ ਇੱਕ ਵਧੀਆ ਫਿਊਚਰ ਲਈ ਕੀਤਾ ਹੋਏਗਾ ਸ਼ਾਇਦ, ਫਿਰ ਤੁਸੀਂ ਅੱਗੇ ਨੌਕਰੀ ਵਗੈਰਾ ਲੈਣ ਲਈ ਕੋਈ ਟਰਾਈ ਕੀਤਾ? कितना बहुत, लेकिन नौकरी तो मिली नहीं। जैसे स्कूल पढ़ाई करी, उसके बाद भी मैंने गेम की, भी गेम के बाद भी मैंने सोचा अभी मेरा गेम तो आगे है नहीं, लो अभी मैं नौकरी के लिए तैयार हो जाती हूँ। घर में मैंने बहुत प्रैक्टिस की, सिलाई मतलब कपड़े सिलाई कर लेती हूँ, और फिर उसके बाद घर का काम कर लेती हूँ, सब कुछ कर लेती हूँ, फिर रोटी खाना सब कुछ बना लेती हूँ। और अभी नौकरी के लिए तो मैं सोच पे पड़ी थी कि मुझे अभी नौकरी करनी है, वो मैं करना चाहती हूँ। इससे मेरे दिमाग में ये था कि मैं एमएच में नौकरी करना चाहती हूँ। एमएच में मैं कंप्यूटर करना चाहती हूँ, सब कुछ करना चाहती हूँ। जहाँ जहाँ मुझे डालेंगे मुझे वहीं अच्छा लगेगा। तो मैंने ਤੁਸੀਂ ਟਰਾਈ ਕਰਦੇ ਪਏ ਹੋ, ਇਹ ਜਿਹੜੇ ਤੁਸੀਂ ਅੱਗੇ ਮੈਡਲ ਰੱਖੇ ਨੇ, 골ਡ ਮੈਡਲ ਵੀ ਨੇ, ਇਹਦੇ ਵਿੱਚ ਸਰਟੀਫਿਕੇਟ ਵੀ ਨੇ, ਇੰਟਰਨੈਸ਼ਨਲ ਤੁਸੀਂ ਖੇਡਿਆ, ਇਹ ਚੀਜ਼ਾਂ ਕੰਮ ਆ ਰਹੀਆਂ ਨੇ ਤੁਹਾਡੇ ਨੌਕਰੀ ਲੈਣ ਦੇ ਵਿੱਚ? ये तो कुछ भी नहीं है, ये तो बस दिखाने के लिए है। जब उनको दिखाया गया तो वो बोलते चलो बच्चा ने कर लिया, चलो भी ठीक है, तो इसको नौकरी में डाल दे। पर उन्होंने नहीं डाला। मैं तो परेशान हो गई थी बहुत ज़्यादा। मैंने सोचा कि अगर आपको नौकरी देनी है तो दे दो, नहीं तो फिर रहने दो। हमें तो नौकरी चाहिए तो चाहिए, बस 100% दे चाहिए। अगर नहीं देंगे तो हम एमएससी के अंदर ही से ले लेंगे नौकरी। ਅੱਛਾ ਨੀਰਜ, ਜਦੋਂ ਤੁਸੀਂ ਗੇਮ ਖੇਡਦੇ ਸੀ ਪਹਿਲਾਂ, ਤੁਹਾਨੂੰ ਤੁਹਾਡੀ ਮੰਮਾ ਨੇ ਦੱਸਿਆ 18ਵੇਂ ਸਾਲ ਦੇ ਵਿੱਚ ਆ ਕੇ ਤੁਸੀਂ ਬੋਲਣਾ ਤੇ ਸੁਣਨਾ ਸ਼ੁਰੂ ਕੀਤਾ। ਉਸ ਤੋਂ ਪਹਿਲਾਂ ਜਦੋਂ ਖੇਡਦੇ ਸੀ ਫਿਰ ਕਿਵੇਂ ਦਾ, ਕਿੰਨੀ ਕੁ ਮੁਸ਼ਕਲਾਂ ਆਉਂਦੀਆਂ ਸੀ ਉਸ ਸਮੇਂ? बस बहुत ही वैसे ही जैसे आते हैं मुश्किलें। ये तो बचपन से ही आने शुरू गए, हमारा पीछा कब छोड़ा ही नहीं अभी तक। बस जन्म से लेकर साथ है, और अभी भी साथ है, और हम इससे टकरा भी जाते हैं। और जब कभी ऐसा लगता है कि हम पराजित हो गए हैं इस मुसीबत के सामने, या फिर हमने हार मान ली है, तो फिर आखिरी में भगवान को याद करता हूँ, और भगवान ही मेरे आखिरी उम्मीद। इसलिए कोई भी कुछ भी बोले कि मैं नहीं कर सकता, कि तेरा भाग्य रुका हुआ है, मैं नहीं सुनता, मैं तो करते रहता हूँ। लेकिन अभी भी हम प्रयास कर रहे हैं किस विश्वास से? भगवान के विश्वास से, कि हाँ
उनके दया से हो जाएगा और होगा। ਕਦੇ ਇਦਾਂ ਤਾਂ ਨਹੀਂ ਲੱਗਾ ਵੀ ਹੁਣ ਹਾਰ ਮੰਨ ਲੈਣੀ ਚਾਹੀਦੀ ਆ? ਕਦੇ ਇਦਾਂ ਦਾ ਮਨ ਦੇ ਵਿੱਚ ਵਿਚਾਰ ਆਇਆ ਕਦੇ? नहीं, बीचों बीच में ऐसे आ जाते थे, बीचों बीच में, और मन मेरा बहुत दुर्बल हो जाता था ऐसे मुसीबतों को देखकर। और जब कभी ऐसे होता था तो मैं भगवान को याद करता था और बहुत टकरा जाता था और अपने आप को भूल जाता था कि मैं किस मुसीबत से टकराना है, कि मुझे उधर ताकत लगानी है कि नहीं लगानी है, उससे टकराने के लिए मुसीबत से ताकत लगानी कि नहीं लगानी। तब याद आ जाता है, तो जब मैं भगवान को याद करता हूँ तो याद आ जाता है और पता चल जाता है कि मुझ में ये ताकत है, मुझ में ये क्षमता है, आपने दे रखी है भगवान, इसलिए मैं इससे निपटूंगा और निपटना शुरू कर दूँगा। ये अच्छा। ये सरकार कुछ नहीं करती। ਅੱਛਾ, ਜੋਤੀ ਨੂੰ ਵੀ 15 ਸਾਲ ਦੀ ਉਮਰ ਦੇ ਵਿੱਚ ਆ ਕੇ ਇਹਨਾਂ ਨੇ ਵੀ ਬੋਲਣਾ ਤੇ ਸੁਣਨਾ ਸ਼ੁਰੂ ਕੀਤਾ। 15 ਸਾਲ 'ਚ ਕਿ ਜਾਂ ਪਹਿਲਾਂ ਆ ਗਿਆ ਸੀ? 18 साल उम्र में बोलना स्टार्ट की है। ਜੀ 18 साल बोलने में मैंने स्टार्ट की थी, जब मैं बचपन से बोलती सुनती नहीं थी। तो भी मैंने किसी से पूछा था कि मैं कुछ कह क्यों नहीं पा रही हूँ, कुछ बोल कर क्यों नहीं पा रही हूँ, क्या बात होगी। तो मेरे माँ बाप ने बताया था कि जब तुम बहुत छोटे थे ना, तुम बोलते सुनते नहीं थे, हमें तुम्हारे लिए बहुत इलाज करवाना बहुत ज़रूरी है। और फिर जब मेरा इलाज करवाया गया तो बस बोल तो सकती हूँ लेकिन सुन नहीं सकती, सुनने में बस कान की मशीन लगी है। ਅੱਛਾ, ਇਹਨਾਂ ਦੀ ਮਦਰ ਵੀ ਸਾਡੇ ਨਾਲ ਮੌਜੂਦ ਨੇ, ਜਿਨ੍ਹਾਂ ਦਾ ਬਹੁਤ ਵੱਡਾ ਸੰਘਰਸ਼ ਆ, ਵੱਡੀ ਭੂਮਿਕਾ ਜਿਹੜੀ ਇਹਨਾਂ ਦੇ ਅੱਜ ਜਿਹੜੇ ਬੋਲ ਰਹੇ ਨੇ ਜਾਂ ਗੱਲਾਂ ਬਾਤਾਂ ਕਰ ਰਹੇ ਨੇ ਜਾਂ ਸੁਣ ਰਹੇ ਨੇ, ਇਹਦੇ ਵਿੱਚ ਇਹਨਾਂ ਦਾ ਵੱਡੀ ਭੂਮਿਕਾ। ਇਹਨਾਂ ਨੇ ਬਹੁਤ ਸੰਘਰਸ਼ ਕੀਤਾ ਜਿਹੜੇ ਇਸ ਮੁਕਾਮ ਤੱਕ ਪਹੁੰਚੇ ਨੇ। ਸਭ ਤੋਂ ਪਹਿਲਾਂ ਮੈਮ ਸਵਾਗਤ ਹੈ ਟੀਵੀ ਪੰਜਾਬ ਤੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਬੜੀ ਵੱਡੀ ਹਿੰਮਤ ਆ ਤੁਹਾਡੀ, ਤੁਸੀਂ ਇਹਨਾਂ ਬੱਚਿਆਂ ਨੂੰ ਪਾਲ ਪੋਸ਼ ਕੇ ਵੱਡਾ ਕੀਤਾ, ਵੱਡੇ ਖਿਡਾਰੀ ਬਣਾਇਆ, ਇਹਨਾਂ ਨੂੰ ਪੜ੍ਹਾ ਲਿਖਾ ਕੇ ਬਣਾਇਆ। ਇਹਨਾਂ ਨੂੰ ਕਿੰਨਾ ਕੁ ਮੁਸ਼ਕਿਲ ਸਫ਼ਰ ਸੀ ਇਹ? ਜਦੋਂ ਇਹਨਾਂ ਬੱਚਿਆਂ ਦਾ ਜਨਮ ਹੋਇਆ, ਮਾੜਾ ਟਾਈਮ ਤਾਂ ਉਸ ਦਿਨ ਹੀ ਸ਼ੁਰੂ ਹੋ ਗਿਆ, ਸੰਘਰਸ਼ ਤਾਂ ਉਸ ਦਿਨ ਹੀ ਜ਼ਿੰਦਗੀ 'ਤੇ ਆ ਗਿਆ। ਉਦੋਂ ਤੋਂ ਜਨਮ ਤੋਂ ਲੈ ਕੇ ਹੁਣ ਤੱਕ 28-29 ਸਾਲ ਦਾ ਬੇਟਾ ਹੋ ਗਿਆ ਹੈ, 26 ਸਾਲ ਦੀ ਬੇਟੀ ਹੋ ਗਈ ਹੈ। ਇਹਨਾਂ ਦੋਨਾਂ ਨੇ ਉਹ ਸਜ਼ਾ ਪਾਈ ਹੈ, ਜਾਂ ਅਸੀਂ ਵੀ ਪੇਰੈਂਟਸ ਨੇ ਉਹ ਸਜ਼ਾ ਪਾਈ ਹੈ ਜੋ ਇਹਨਾਂ ਬੱਚਿਆਂ ਨੇ ਵੀ ਗੁਨਾਹ ਨਹੀਂ ਕੀਤਾ। ਉਹਦਾ ਮਤਲਬ ਇਹ ਕਿ ਜੋ ਰੱਬ ਦੀ ਦੇਣ ਹੈ ਉਹਦੇ ਨਾਲ ਮੈਂ ਲੜਾਈ ਨਹੀਂ ਕਰ ਸਕਦੀ, ਉਹਦੇ ਨਾਲ ਬੱਚੇ ਵੀ ਨਹੀਂ ਲੜਾਈ ਕਰ ਸਕਦੇ। ਰੱਬ ਦੀ ਦਿੱਤੀ ਹੋਈ ਹੈ ਉਹ, ਕਿ ਅਗਰ ਉਹਨਾਂ ਨੇ ਇਹਨਾਂ ਨੂੰ ਡੈਫ ਐਂਡ ਡੰਮ ਬਣਾਇਆ ਤਾਂ ਰੱਬ ਦੀ ਦੇਣ ਹੈ। ਖਰੇ ਉਹਦੇ ਵਿੱਚ ਕੀ ਲਾਭ ਹੈ ਸਾਡਾ? ਮੇਰੀ ਉਹਦੇ ਨਾਲ ਕੋਈ ਲੜਾਈ ਨਹੀਂ ਹੈ। ਹੁਣ ਲੜਾਈ ਹੈਗੀ ਹੈ ਇਸ ਸਿਸਟਮ ਦੇ ਨਾਲ, ਜਿਹੜੇ ਕਿ ਮੇਰੇ ਬੱਚਿਆਂ ਦਾ ਇਹ ਦਰਦ ਦੇਖਦੇ ਹੋਏ ਉਹ ਸਪੋਰਟ ਨਹੀਂ ਕਰਦੇ, ਕਿ ਚਾਹੇ ਸਕੂਲ 'ਚ ਲੈ ਲਓ ਜਾਂ ਇਹ ਅੱਗੇ ਗੇਮਾਂ 'ਚ ਗਏ ਨਾ ਜਾਂ ਸਮਾਜ ਵਿੱਚ ਜਾਂਦੇ ਨਾ। ਇਹ ਬੱਚੇ ਵੀ, ਮੈਂ ਵੀ, ਮੇਰੇ ਹਸਬੈਂਡ ਵੀ, ਅਸੀਂ ਸਾਰੇ ਹੀ ਪਰਿਵਾਰਿਕ, ਸਮਾਜਿਕ ਔਰ ਮਾਨਸਿਕ, ਇਹਨਾਂ ਤਿੰਨਾਂ ਚੀਜ਼ਾਂ ਦੇ ਨਾਲ ਅਸੀਂ ਚੱਲ ਰਹੇ ਹਾਂ। ਇਹਨਾਂ ਚੀਜ਼ਾਂ ਨਾਲ ਹੀ ਸੰਘਰਸ਼ ਕਰ ਰਹੇ ਹਾਂ। ਕੀ ਲੱਗਦਾ ਕਿਸ ਲੈਵਲ ਤੇ ਆ ਕੇ ਸਿਸਟਮ ਵਿੱਚ ਆ ਗਿਆ ਵੀ ਜਿਸ ਕਾਰਨ ਇਹਨਾਂ ਬੱਚਿਆਂ ਦੀ ਵੀ ਕਿਤੇ ਨਾ ਕਿਤੇ ਹਿੰਮਤ ਟੁੱਟ ਗਈ? ਇਹ ਬੱਚੇ ਅੱਗੇ ਨਹੀਂ ਵੱਧ ਪਾ ਰਹੇ, ਹੁਣ ਇਹਨਾਂ ਬੱਚਿਆਂ ਦੀ ਹਿੰਮਤ ਹੀ ਟੁੱਟੀ ਸ਼ਾਇਦ। ਕੀ ਲੱਗਦਾ ਵੀ ਕਿਉਂ ਸਿਸਟਮ ਨੇ ਅਜਿਹੇ ਹਾਲਾਤ ਬਣ ਗਏ? ਉਹ ਸੋਚਦੇ ਨੇ ਕਿ ਇਹ ਬੱਚੇ ਵੀ ਸੁਣਦੇ ਨਹੀਂ ਹੈਗੇ, ਚੰਗੀ ਤਰ੍ਹਾਂ ਬੋਲਦੇ ਨਹੀਂ ਹੈਗੇ, ਇਹਨਾਂ ਦੇ ਵਿੱਚ ਕਮੀ ਹੈ। ਤੇ ਉਹ ਕਮੀ ਦੇਖਦੇ ਹੋਏ ਜਾਂ ਸਾਡੀ ਜਰਨਲ ਕੈਟਾਗਰੀ ਨੂੰ ਦੇਖਦੇ ਹੋਏ ਸਪੋਰਟ ਨਹੀਂ ਕਰਦੇ। ਉਹ ਇਹ ਨਹੀਂ ਦੇਖਦੇ ਕਿ ਬੱਚੇ ਡਿਸੇਬਲ ਨੇ, ਜਿਹੜੇ 18 ਸਾਲ ਤੱਕ 100% ਰਹੇ ਔਰ 18 ਸਾਲ ਤੋਂ ਬਾਅਦ ਇਹ 55% ਡਿਸੇਬਿਲਟੀ ਦੇ ਵਿੱਚ ਆਏ ਨੇ, ਜਿਹੜੇ ਕਿ ਸਿਵਲ ਸਰਜਨ ਦੇ ਦੁਆਰਾ ਡਿਕਲੇਅਰ ਕੀਤੇ ਗਏ ਨੇ ਕਿ ਹੁਣ ਪਰਮਾਨੈਂਟ 55% ਇਹ ਡਿਸੇਬਲ ਨੇ ਔਰ ਇਹ ਹਮੇਸ਼ਾ ਵਾਸਤੇ ਰਹਿਣਗੇ। ਤੇ ਉਹਨਾਂ ਨੂੰ ਇਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ, ਤਾਂ ਜੇ ਇਹਨਾਂ ਨੂੰ ਕਿਸੇ ਨੇ ਅੱਗੇ ਸਪੋਰਟ ਕੀਤੀ ਥੋੜ੍ਹੀ ਬਹੁਤੀ, ਇਹਨਾਂ ਦੇ ਵਿੱਚ ਉਹ ਹੁਨਰ ਦੇਖਿਆ ਕਿ ਕੁਝ ਬਣ ਸਕਦੇ ਨੇ, ਤਾਂ ਇਹ ਪੜ੍ਹਾਈ ਦੇ ਵਿੱਚ ਵੀ ਇਹਨਾਂ ਨੇ +2 ਕੀਤੀ ਆ ਔਰ ਇਹ ਇੰਟਰਨੈਸ਼ਨਲ 골ਡ ਮੈਡਲ ਵੀ ਹੈਗੇ ਨੇ, 2 ਬਲੈਕ ਬੈਲਟ ਵੀ ਹੈਗੇ ਨੇ ਇਹ, ਤੇ ਇਹਨਾਂ ਨੇ ਬੈਡਮਿੰਟਨ ਵਿੱਚ ਵੀ 골ਡ ਮੈਡਲ ਖੇਲਿਆ। ਤੇ ਲੇਕਿਨ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਰਕਾਰਾਂ ਇਹਨਾਂ ਵੱਲ ਬਿਲਕੁਲ ਧਿਆਨ ਨਹੀਂ ਦਿੰਦੀਆਂ। ਮੈਂ ਜਿਹਨੂੰ ਵੀ ਜਾ ਕੇ ਬੋਲਾਂ ਉਹਦਾ ਇਹੋ ਹੀ ਜਵਾਬ ਹੁੰਦਾ ਹੈ ਕਿ ਮੈਡਮ ਤੁਹਾਡੇ ਬੱਚੇ ਇੱਦਾਂ ਦੇ ਤਾਂ ਅਸੀਂ ਗੋਦ ਵਿੱਚ ਚੁੱਕ ਕੇ ਥੋੜ੍ਹੀ ਘੁੰਮੀਏ। ਭਾਈ ਤੁਸੀਂ ਠੀਕ ਬੋਲਦੇ ਹੋ, ਤੁਸੀਂ ਮੌਕੇ ਦੇ ਅਫਸਰ ਹੋ, ਤੁਸੀਂ ਠੀਕ ਬੋਲਦੇ ਹੋ, ਤੁਸੀਂ ਮੇਰੇ ਬੱਚੇ ਨੂੰ ਮੈਨੂੰ ਭਾਰੇ ਨੂੰ ਤੁਸੀਂ ਕਿਉਂ ਗੋਦ 'ਚ ਲੈ ਕੇ ਘੁੰਮੋਗੇ? ਲੇਕਿਨ ਕੁਝ ਇਹਨਾਂ ਦੇ ਵਾਸਤੇ ਕੁਝ ਲਾ ਤਾਂ ਹੈਗੇ ਨਾ, ਉਹਨਾਂ ਦੇ ਆਧਾਰ 'ਤੇ ਤਾਂ ਤੁਸੀਂ ਇਹਨਾਂ ਨੂੰ ਸਪੋਰਟ ਕਰੋ। ਮੈਂ ਤਾਂ ਥੱਕ ਗਈ ਹਾਂ, ਮੈਂ 29 ਸਾਲ ਥੋੜ੍ਹੇ ਨਹੀਂ ਹੁੰਦੇ, 30ਵਾਂ ਸਾਲ ਲੱਗ ਗਿਆ ਹੈ। 30 ਸਾਲ ਹੋ ਗਏ ਮੈਨੂੰ ਸੰਘਰਸ਼ ਕਰਦੀ ਨੂੰ, ਹੁਣ ਤੱਕ ਮੇਰੇ ਬੱਚਿਆਂ ਨੂੰ ਇਨਸਾਫ ਨਹੀਂ ਮਿਲਿਆ। ਜਿੱਥੇ ਵੀ ਗਈ ਉੱਥੋਂ ਧੱਕੇ ਹੀ ਮਿਲੇ, ਕੁਛ ਹੋਰ ਨਹੀਂ ਮਿਲਿਆ। ਮੈਂ ਥੱਕ ਗਈ ਹਾਂ। ਹੁਣ ਮੈਂ ਚਾਹੁੰਦੀ ਹਾਂ ਕਿ ਮੇਰੇ ਬੱਚਿਆਂ ਨੂੰ ਸਰਕਾਰੀ ਨੌਕਰੀ ਮਿਲੇ, ਇਹ ਆਪਣੇ ਪੈਰਾਂ 'ਤੇ ਖੜੇ ਹੋਣ, ਇਹ ਆਪਣੇ ਪੈਰਾਂ 'ਤੇ ਖੜੇ ਹੋ ਜਾਣ। ਜਿੱਦਾਂ ਹੁਣ ਕਰੋਨਾ ਚੱਲ ਰਿਹਾ, ਕਦੀ ਕੋਈ ਸੁਣ ਰਹੇ ਹੋ ਤੁਸੀਂ ਬਿਨਾਂ ਮੌਤ ਤੋਂ ਮਰ ਰਿਹਾ,
ਕੱਲ ਨੂੰ ਮੇਰੇ ਬੱਚੇ ਸਾਨੂੰ ਕੁਝ ਹੋ ਜਾਵੇ, ਮੈਨੂੰ ਕੋਈ ਉਮੀਦ ਨਹੀਂ ਹੈ ਕਿ ਗਵਰਨਮੈਂਟ ਕੋਈ ਇਹਨਾਂ ਵਾਸਤੇ ਕੁਝ ਕਰੇਗੀ। ਕਿਉਂ, ਜਦੋਂ ਸਾਡੇ ਜੀਂਦੇ ਜੀ ਮੇਰੇ ਬੱਚਿਆਂ ਦਾ ਹੱਥ ਕਿਸੇ ਨੇ ਨਹੀਂ ਫੜਿਆ ਤਾਂ ਸਾਡੇ ਜਾਣ ਤੋਂ ਬਾਅਦ ਇਹਨਾਂ ਦਾ ਕੋਈ ਸਪੋਰਟਰ ਨਹੀਂ ਹੈ। ਮੈਨੂੰ ਬਹੁਤ ਦੁੱਖ ਹੈ ਕਿ ਪੂਰੇ 8 ਸਾਲ ਬੀਤ ਗਏ, 8 ਸਾਲ ਤੋਂ ਉੱਪਰ 14 ਦਿਨ ਹੋ ਗਏ, 8 ਸਾਲ 14 ਦਿਨ। ਸਰਦਾਰ ਪ੍ਰਗਟ ਸਿੰਘ ਮੇਰੇ ਹਲਕੇ ਦੇ MLA, ਉਹਨਾਂ ਨੂੰ ਮੈਂ ਜਿਸ ਦਿਨ ਪਹਿਲੀ ਵਾਰ ਉਹ ਟਿਕਟ ਤੋਂ ਆਏ ਅਕਾਲੀ ਦਲ ਦੀ, ਤਾਂ ਮੈਂ ਕਿਹਾ ਉਹਨਾਂ ਨੂੰ ਮੇਰੇ ਬੱਚਿਆਂ ਦਾ ਕੁਝ ਕਰੋ। ਕਹਿੰਦੇ ਮੇਰੇ ਧਿਆਨ 'ਚ ਤੁਸੀਂ ਲਿਆਂਦਾ ਹੈ, ਮੈਂ ਇਹਨਾਂ ਬੱਚਿਆਂ ਦਾ ਕਰੂੰਗਾ, ਲੇਕਿਨ ਮੈਨੂੰ ਜਿਤਾ ਦਿਓ ਪਹਿਲੇ, ਮੈਂ ਇੱਥੇ ਦਾ MLA ਬਣ ਜਾ ਤਾਂ ਮੇਰੇ ਏਰੀਏ 'ਚ ਇਹ ਬੱਚੇ ਆਣਗੇ, ਮੈਂ ਕਰਾਂਗਾ। ਜਦੋਂ ਜਿੱਤੇ ਉਦੋਂ ਤੇ ਲੈ ਕੇ ਹੁਣ ਤੱਕ ਉਹਨਾਂ ਨੂੰ ਮੈਂ ਐਪਲੀਕੇਸ਼ਨ, ਇਹਨਾਂ ਦੇ ਫੋਟੋ ਸਟੇਟ ਕਾਪੀਆਂ, ਉਹਨਾਂ ਨੂੰ WhatsApp, ਉਹਨਾਂ ਨੂੰ ਮੈਸੇਜ, ਉਹਨਾਂ ਨੂੰ ਮੇਲ ਸਭ ਕਰਦੀ ਹਾਂ। ਪਰ ਉਹਨਾਂ ਨੇ ਪਹਿਲੇ 5 ਸਾਲਾਂ 'ਚ ਉਹਨਾਂ ਦਾ ਜਵਾਬ ਸੀ ਕਿ ਬਾਦਲ ਸਾਹਿਬ ਨਹੀਂ ਸੁਣਦੇ, ਹੁਣ ਉਹ ਕਹਿੰਦੇ ਕਿ ਕੈਪਟਨ ਸਾਹਿਬ ਨਹੀਂ ਸੁਣਦੇ। ਇਹਨਾਂ ਸਰਕਾਰਾਂ ਦੀਆਂ ਆਪਸ ਵਿੱਚ, ਮੰਤਰੀਆਂ ਦੀਆਂ ਜਾਂ MLA ਦੀਆਂ ਜਾਂ ਮਿਨਿਸਟਰਾਂ ਦੀਆਂ ਆਪਸ ਵਿੱਚ 100 ਲੜਾਈਆਂ ਹੋ ਸਕਦੀਆਂ ਨੇ, ਲੇਕਿਨ ਉਹਦੇ ਵਿੱਚ ਅਸੀਂ ਆਮ ਨਾਗਰਿਕ ਕਿਉਂ ਪਿੱਛੇ ਜਾਈਏ? ਜੋ ਸਾਨੂੰ ਇਹਨਾਂ ਨੇ ਲਾਰੇ ਲਗਾ ਕੇ ਰੱਖੇ, ਉਹਨਾਂ ਦਾ ਸਾਡਾ ਸਹਾਰਾ ਤਾਂ ਬਣਨ, ਮੇਰਾ ਨਾ ਚੰਗਿਆਂ ਦੀ ਨਾ ਕਰਨ, ਇਹੋ ਜਿਹੇ ਬੱਚਿਆਂ ਦੀ ਕਰਨਗੇ, ਕਿਤੇ ਪੈਰਾਂ 'ਤੇ ਖੜੇ ਹੋਣਗੇ ਤਾਂ ਇਹ ਵੀ ਕੋਈ ਸੀਸ ਹੀ ਦੇਣਗੇ ਨਾ। ਔਰ ਇਹ ਬੱਚੇ ਬੜੇ ਇਮਾਨਦਾਰ ਹੁੰਦੇ, ਸੱਚ ਬੋਲਦੇ ਨੇ। ਇਹਨਾਂ ਨੇ ਤਾਂ ਠੋਕਰਾਂ ਖਾ ਖਾ ਕੇ ਇੱਥੇ ਤੱਕ ਇਹ ਪਹੁੰਚੇ ਨੇ। ਜਿਹੜੇ ਚੰਗੇ ਨੇ ਉਹਨਾਂ ਨੂੰ ਕੋਈ ਠੋਕਰ ਵੀ ਮਾਰਦਾ ਤਾਂ ਅੱਗੇ 36 ਜਵਾਬ ਦਿੰਦੇ ਨੇ। ਇਹਨਾਂ ਨੂੰ ਜੇ ਬਾਕੀ ਬੱਚਿਆਂ ਨੂੰ 40 ਨੂੰ ਪੜ੍ਹਾਇਆ ਜਾਂਦਾ ਸਕੂਲ ਦੇ ਵਿੱਚ ਤਾਂ ਉਹਨਾਂ ਨੂੰ ਇੱਕ ਵਾਰੀ ਦੱਸਿਆ ਜਾਂਦਾ, ਇਹਨਾਂ ਨੂੰ 10 ਵਾਰੀ ਦੱਸਿਆ ਜਾਂਦਾ ਤਾਂ ਇੱਕ ਸ਼ਬਦ ਇਹ ਸਮਝਦੇ ਨੇ। ਮੈਂ ਤਾਂ ਚਾਹੁੰਦੀ ਹਾਂ ਕਿ ਇਹੋ ਜਿਹੇ ਬੱਚਿਆਂ ਵਾਸਤੇ ਸਪੋਰਟ ਕਰਨੀ ਚਾਹੀਦੀ ਹੈ, ਸਰਕਾਰ ਨੂੰ ਇਹਨਾਂ ਬਾਰੇ ਸੋਚਣਾ ਚਾਹੀਦਾ ਹੈ। ਤੇ ਬਾਕੀ ਇਹਨਾਂ ਨੂੰ, ਮੇਰੇ ਬੱਚਿਆਂ ਨੂੰ, ਮੈਂ ਐਕਸ ਸਰਵਿਸਮੈਨ ਦੀ ਵਾਈਫ ਹੋਣ ਦੇ ਨਾਤੇ ਇਹ ਬੋਲਦੀ ਹਾਂ ਕਿ ਮੇਰੇ ਇਹਨਾਂ ਦੋਨਾਂ ਬੱਚਿਆਂ ਨੂੰ ਮਿਲਟਰੀ ਹਸਪੀਟਲ ਦੇ ਵਿੱਚ ਸਰਕਾਰੀ ਨੌਕਰੀ ਤੇ ਐਡਜਸਟ ਕੀਤਾ ਜਾਵੇ। ਅੱਛਾ, ਸਿਆਸਤਦਾਨਾਂ ਦੇ ਲਾਰਿਆਂ ਨੇ ਤੇ ਤੁਹਾਡਾ ਸਮਾਂ ਖਰਾਬ ਕੀਤਾ ਹੀ ਕੀਤਾ। ਜਦੋਂ ਇਹ ਕਿਸੇ ਅਕੈਡਮੀ ਦੇ ਵਿੱਚ ਪਹਿਲਾਂ ਪੜ੍ਹਦੇ ਹੋਣਗੇ, ਉੱਥੇ ਸਿੱਖਦੇ ਹੋਣਗੇ, ਇਹਨਾਂ ਨੇ ਵਧੀਆ ਪਲੇਅਰ ਨੇ ਇਹ, ਫਿਰ ਉਸ ਤੋਂ ਉਦੋਂ ਅੱਗੇ ਇਹਨਾਂ ਨੂੰ ਮੂਵ ਕਰਨ ਦਾ ਨਹੀਂ ਪਲਾਨ ਬਣਿਆ? ਕਿਹੜੀਆਂ ਉਸ ਸਮੇਂ ਵੀ ਕੋਈ ਪਰੇਸ਼ਾਨੀ ਆਈ ਜਾਂ ਕਿਸੇ ਨੇ ਸਿਫਾਰਿਸ਼ ਰੱਖੀ? ਕਿੱਦਾਂ ਦਾ ਉੱਥੇ ਫਿਰ ਅੱਗੇ ਕਿਉਂ ਨਹੀਂ ਜਾ ਪਾਏ? ਦੇਖੋ, ਇਹ ਦੋਨੋਂ ਬੱਚੇ ਮੇਰੇ ਜਿਹੜੇ ਨੇ, ਬੇਟੀ ਤਾਂ ਇਹਦੀ ਬੈਡਮਿੰਟਨ ਦੀ ਵੀ ਪਲੇਅਰ ਹੈ ਤੇ ਆਪਣੀ ਜੂਡੋ ਕਰਾਟੇ ਦੀ ਵੀ ਪਲੇਅਰ ਹੈਗੀ ਹੈ, ਤੇ ਉਹਦੇ ਵਿੱਚ ਇਹ ਇੰਟਰਨੈਸ਼ਨਲ 골ਡ ਮੈਡਲ ਹੈ ਤੇ ਆਪਣੀ ਬੈਡਮਿੰਟਨ ਦੀ ਵੀ ਇਹ 골ਡ ਮੈਡਲ ਹੈ। ਤੇ ਜਿਹੜਾ ਇਹ ਮੇਰਾ ਬੇਟਾ ਹੈ, ਇਹ ਇਨੀ ਇਕੱਲੇ ਕਰਾਟੇ, ਜੂਡੋ ਕਰਾਟੇ ਕੀਤੇ ਨੇ, ਉਹਦੀ ਇਹ ਬਲੈਕ ਬੈਲਟ ਹੈ ਔਰ ਉਹਦੇ ਵਿੱਚ ਹੀ ਇਹ 골ਡ ਮੈਡਲ ਹੈ, ਇੰਟਰਨੈਸ਼ਨਲ ਪਲੇਅਰ ਹੈ। ਇਹਦੇ ਨਾਲ ਹੀ ਮੇਰਾ ਇੱਕ ਤੀਸਰਾ ਬੱਚਾ ਹੈ ਜਿਹੜਾ ਬਿਲਕੁਲ ਠੀਕ ਹੈ ਔਰ ਇਸ ਵੇਲੇ 6.25 ਫੁੱਟ ਉਹਦੀ ਹਾਈਟ ਹੈ। ਮੈਂ ਤਾਂ ਚਾਹੁੰਦੀ ਹਾਂ ਕਿ ਉਹ ਆਰਮੀ ਦੇ ਵਿੱਚ ਜਾਏ, ਲੇਕਿਨ ਹੁਣ ਕਰੋਨਾ ਦੇ ਕਰਕੇ ਭਰਤੀਆਂ ਨਹੀਂ ਨਿਕਲ ਰਹੀਆਂ, ਉਹ ਹੋਇਆ ਨਹੀਂ। ਤੇ ਉਹ ਵੀ ਹਾਕੀ ਦਾ 골ਡ ਮੈਡਲ ਹੈ, ਉਹ ਵੀ ਹਾਕੀ ਦਾ ਪਲੇਅਰ ਹੈ। ਮੇਰੇ ਤਿੰਨੋਂ ਬੱਚੇ ਪਲੇਅਰ ਨੇ, ਲੇਕਿਨ ਮੇਨ ਮਕਸਦ ਇਹ ਹੈਗਾ ਕਿ ਜਿੱਥੇ ਕਿਤੇ ਗੱਲ ਕਰੋ ਜਾਂ ਤਾਂ ਉੱਥੇ ਪਹਿਲੇ ਪੈਸੇ ਦੇਣੇ ਪੈਂਦੇ ਨੇ ਐਡਮਿਸ਼ਨ ਲੈਣ ਵਾਸਤੇ, ਜੋ ਕਿ ਸਾਡੇ ਕੋਲ ਉਹਨਾਂ ਦੀ ਉਹ ਡਿਮਾਂਡ ਨਹੀਂ ਪੂਰੀ ਹੁੰਦੀ। ਦੂਸਰਾ ਇਹ ਹੈ ਕਿ ਕਿਤੇ ਅੱਗੇ ਕਿਤੇ ਲੈ ਕੇ ਜਾਣਾ ਹੈ ਤੇ ਉੱਥੇ ਸਿਫਾਰਿਸ਼ ਵੀ ਚਾਹੀਦੀ ਹੈ ਤੇ ਪੈਸਾ ਵੀ ਚਾਹੀਦਾ, ਸਾਡੇ ਕੋਲ ਕੁਝ ਨਹੀਂ ਹੈ। ਅਸੀਂ ਤਾਂ ਇਸ ਵੇਲੇ ਆਪਣੀ ਪੈਨਸ਼ਨ ਦੇ ਉੱਪਰ ਗੁਜ਼ਾਰਾ ਕਰ ਰਹੇ ਹਾਂ ਔਰ ਉਸ ਪੈਨਸ਼ਨ ਪਰ ਵੀ ਯੂਨਿਟ ਦੇ ਵਿੱਚੋਂ, ਜਿਹੜਾ ਰਿਕਾਰਡ ਦੇ ਵਿੱਚੋਂ ਰਿਟਾਇਰਮੈਂਟ ਦੇ ਆਉਣ ਦੇ ਉੱਪਰ 15 ਸਾਲ ਦਾ ਕੰਪਿਊਟ ਹੁੰਦਾ ਹੈ, ਜਾਂ ਕੰਪਿਊਟ ਹੀ ਨਹੀਂ ਪੂਰਾ ਹੋਇਆ, ਉਹ ਜਦੋਂ ਹੋਏਗਾ ਫਿਰ ਸਾਡੀ ਪੈਨਸ਼ਨ ਜਿਹੜੀ ਹੈ ਸਾਨੂੰ ਪੂਰੀ ਆਣੀ ਸ਼ੁਰੂ ਹੋਏਗੀ। ਔਰ ਜਿਹੜੀ ਸਾਡੀ ਪੈਨਸ਼ਨ ਹੁਣ ਆਂਦੀ ਹੈ ਉਹਦੇ ਉੱਪਰ ਵੀ ਸਾਡਾ ਇਸ ਮਕਾਨ ਦਾ ਲੋਨ ਹੈ, ਉਹ ਵੀ ਸਾਡਾ ਹਜੇ ਤੱਕ 2022 ਤੱਕ ਉਹ ਲੋਨ ਹੀ ਉਤਰਨਾ ਹੈ। ਤੇ ਮੈਂ ਆਪਣੇ ਘਰ 'ਚ ਕਿੱਦਾਂ ਗੁਜ਼ਾਰਾ ਕਰਾਂਗੀ ਹੈ ਉਹ ਮੈਂ ਹੀ ਜਾਣਦੀ ਹਾਂ। ਹੁਣ ਕਈਆਂ ਨੂੰ ਤਾਂ ਦੇਖੋ, ਜਿਨ੍ਹਾਂ ਦੇ ਘਰ ਦੇ ਵਿੱਚ 4-4 5-5 ਸਰਕਾਰੀ ਨੌਕਰੀ ਵਾਲੇ ਨੇ ਜਾਂ 2-2 3-3 ਬਾਹਰ ਬੈਠੇ ਨੇ, ਜਾਂ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਨੂੰ ਸਾਰਾ ਕੁਝ ਕਿਹਾ, ਉਹਨਾਂ ਦੇ BPL, ਉਹਨਾਂ ਦੇ ਮੀਟਰ ਦੇ ਬਿੱਲ ਮਾਫ, ਉਹਨਾਂ ਨੂੰ ਰਾਸ਼ਨ ਫਰੀ, ਉਹਨਾਂ ਨੂੰ ਏਜ ਵਿੱਚ ਛੂਟ, ਉਹਨਾਂ ਨੂੰ ਨੌਕਰੀਆਂ 'ਚ ਸਾਰੀ ਸੁਵਿਧਾ, ਹਰੇਕ ਚੀਜ਼ ਮੈਂ ਸਰਕਾਰਾਂ ਨੂੰ ਸਭ ਪਤਾ ਕਿ ਉਹ ਉਹਨਾਂ ਨੂੰ ਕਿਆ ਕਰ ਰਹੇ ਨੇ। ਔਰ ਜਿਨ੍ਹਾਂ ਦੀਆਂ ਜਨਰਲ ਕੈਟਾਗਰੀਆਂ ਵੀ ਹੈਗੀਆਂ ਉਹਨਾਂ ਨੇ ਝੂਠੇ SC ਦੇ ਵੀ ਸਰਟੀਫਿਕੇਟ ਬਣਾ ਕੇ ਐਡਮਿਸ਼ਨਾਂ ਲਈਆਂ ਕਿ ਉੱਥੇ ਕੌਣ ਦਿਖਦਾ ਹੈ। ਉਹ ਕੰਮ ਅਸੀਂ ਨਹੀਂ ਕੀਤੇ, ਅਸੀਂ ਸੱਚਾਈ ਤੇ ਚੱਲੇ ਤਾਂ ਹੁਣ ਤੱਕ ਅਸੀਂ ਇੱਥੇ ਤੱਕ ਪਹੁੰਚ ਗਏ ਤਾਂ ਠੋਕਰਾਂ ਹੀ ਖਾ ਰਹੇ ਹਾਂ। ਅੱਛਾ, ਹੈਂਡੀਕੈਪ ਦਾ ਇੱਕ ਵੱਖਰਾ ਕੋਟਾ ਹੁੰਦਾ, ਉਹਦੇ ਵਿੱਚ ਤੁਸੀਂ ਅਪਲਾਈ ਨਹੀਂ ਕਰਵਾਇਆ ਬੱਚਿਆਂ ਨੂੰ? ਮੈਂ ਦੱਸਦੀ ਹਾਂ ਕਿ ਹੈਂਡੀਕੈਪ ਕੋਟੇ ਦੇ ਵਿੱਚ ਵੀ ਅਪਲਾਈ ਕੀਤਾ, ਉੱਥੇ ਵੀ ਮੇਰੀ ਜਨਰਲ ਕੈਟਾਗਰੀ ਹੀ ਦੇਖਦੇ ਨੇ। ਮੇਰੇ ਬੱਚਿਆਂ ਨੂੰ ਕੋਈ ਏਜ ਵਿੱਚ ਛੂਟ ਨਹੀਂ ਦੇ ਰਿਹਾ, ਕੋਈ ਇਹਨਾਂ ਦੀ ਪੜ੍ਹਾਈ ਦੇ ਵਿੱਚ ਛੂਟ ਨਹੀਂ ਦੇ ਰਿਹਾ, ਕੋਈ ਸਾਡੇ ਬੱਚਿਆਂ ਨੂੰ, ਕੋਈ ਮੈਨੂੰ ਮੀਟਰ ਦਾ ਬਿੱਲ ਨਹੀਂ ਫ੍ਰੀ ਕਰ ਰਹੇ, ਕੋਈ ਮੇਰੇ ਬੱਚਿਆਂ ਦੀ ਸੁਵਿਧਾ ਨਹੀਂ ਕਰ ਰਹੇ, ਕੋਈ ਇਹਨਾਂ ਨੂੰ ਪੈਨਸ਼ਨ ਨਹੀਂ ਲੱਗੀ। ਕਹਿੰਦੇ ਕਿ ਤੁਸੀਂ ਜਨਰਲ ਕੈਟਾਗਰੀ ਦੇ ਹੋ, ਆਪਣੇ ਬੱਚਿਆਂ ਵਾਸਤੇ ਖੁਦ ਕਰੋ। ਔਰ ਮੇਰੇ ਬੱਚੇ ਕਈ ਵਾਰੀ ਤਾਂ ਇੱਕ ਸਵੇਰੇ ਰੋਟੀ ਖਾ ਲੈਂਦੇ ਤਾਂ ਸ਼ਾਮ ਦੀ ਚਿੰਤਾ ਪੈ ਜਾਂਦੀ। ਇੱਦਾਂ ਦੇ ਹਾਲਾਤ ਵੀ ਸਾਡੇ ਘਰ ਦੇ ਵਿੱਚ ਹੁੰਦੇ ਨੇ। ਔਰ ਫਿਰ ਵੀ
ਜਦੋਂ ਤੱਕ ਇੱਕ ਗੱਲ ਮੈਂ ਹੋਰ ਦੱਸਾਂਗੀ, ਜੇ ਕੋਈ ਮੇਰੀ ਗੱਲ ਇਹ ਕੈਪਟਨ ਸਾਹਿਬ ਤੱਕ ਪਹੁੰਚ ਜਾਵੇ ਜਾਂ ਕਿਸੇ ਬਿਜਲੀ ਵਿਭਾਗ ਤੱਕ ਪਹੁੰਚ ਜਾਏ ਤਾਂ ਮੇਰਾ ਇਸ ਗੱਲ 'ਚ ਸੁਧਾਰ ਕਰ ਦੇਣ। ਜਦੋਂ ਤੱਕ ਤਾਂ ਮੀਟਰ ਮੇਰੀ ਇਸ ਗੇਟ ਦੇ ਨਾਲ ਦੀਵਾਰ ਤੇ ਲੱਗਿਆ ਹੈ ਤਾਂ ਮੇਰਾ 660 ਰੁਪਏ ਜਾਂ 1000 ਰੁਪਏ ਤੱਕ ਮੇਰਾ ਬਿਜਲੀ ਦਾ ਬਿੱਲ ਆਉਂਦਾ ਹੈ। ਉਸ ਤੋਂ ਬਾਅਦ ਇਹਨਾਂ ਕੰਪਨੀਆਂ ਨੇ ਜਦੋਂ ਬਾਕਸਾਂ ਦੇ ਵਿੱਚ ਲੈ ਗਏ ਤਾਂ ਉੱਥੇ ਮੇਰੇ ਮੀਟਰ ਦੇ ਵਿੱਚ ਕਿਸੇ ਹੋਰ ਦੀਆਂ ਤਾਰਾਂ ਜੋੜ ਕੇ ਜਦੋਂ ਮੇਰਾ ਬਿੱਲ 7000 ਰੁਪਏ ਆਇਆ ਤਾਂ ਮੈਂ ਬੋਲਿਆ ਮੇਰਾ ਤਾਂ 660 ਜਾਂ 1000 ਆਂਦਾ, ਹੁਣ ਕਿੱਦਾਂ ਆਇਆ। ਬਿਜਲੀ ਦਫ਼ਤਰ ਮੈਂ ਜਾ ਕੇ ਬੋਲਿਆ, ਉਹਨਾਂ ਨੇ ਆ ਕੇ ਚੈੱਕ ਕੀਤਾ ਤਾਂ ਕਹਿੰਦੇ ਇਹਨਾਂ ਦੇ ਮੀਟਰ ਵਿੱਚ ਕਿਸੇ ਹੋਰ ਦੀਆਂ ਤਾਰਾਂ ਜੋੜੀਆਂ ਤਾਂ ਇੰਨਾ। ਤਾਂ ਮੈਂ ਕਿਹਾ ਫਿਰ ਉਹਨਾਂ ਦੀਆਂ ਜਿਨ੍ਹਾਂ ਦੀਆਂ ਕੱਢੀਆਂ ਉਹਨਾਂ ਤੋਂ ਬਿੱਲ ਦਵਾਓ। ਬੋਲੇ ਨਹੀਂ ਤੁਹਾਨੂੰ ਦੇਣਾ ਪੈਣਾ। ਉਹ ਉਦੋਂ ਵੀ ਮੈਂ ਪਹਿਲੇ 7000 ਭਰਿਆ ਤਾਂ ਹੁਣ ਵੀ ਮੇਰਾ ਇੱਥੇ 14910 ਰੁਪਇਆ ਬਿੱਲ, ਹੁਣ ਵੀ ਕਿਸੇ ਦੀਆਂ ਤਾਰਾਂ ਜੋੜਨੇ ਦਾ ਮੈਂ ਬਿੱਲ ਭਰਿਆ। ਅੱਛਾ, ਮੈਂ ਉਸੇ ਗੱਲ ਤੇ ਆਉਣਾ ਵਾਪਸ। ਜਦੋਂ ਤੁਸੀਂ ਬੱਚਿਆਂ ਦੀ ਨੌਕਰੀ ਲੈਣ ਲਈ ਗਏ ਜਾਂ ਬੱਚਿਆਂ ਨੂੰ ਕਿਸੇ ਵਧੀਆ ਅਕੈਡਮੀ ਦੇ ਵਿੱਚ ਐਡਮਿਸ਼ਨ ਦਿਵਾਉਣ ਲਈ ਗਏ, ਉੱਥੇ ਤੁਹਾਡੇ ਤੋਂ ਕਿਸੇ ਨੇ ਸਿਫਾਰਿਸ਼ ਜਾਂ ਪੈਸੇ ਦੀ ਮੰਗ ਕੀਤੀ ਹੋਵੇ? ਮੇਰੇ ਬੱਚਿਆਂ ਦਾ ਇਦਾਂ ਹੈਗਾ ਕਿ ਜਿੱਥੇ ਕਿਤੇ ਐਡਮਿਸ਼ਨ ਕਰਾਉਣ ਜਾਂਦੇ ਪਹਿਲੇ ਗੱਲ ਤਾਂ ਇਹ ਹੈ ਕਿ ਹੈਂਡੀਕੈਪ ਦੇਖ ਕੇ ਕੋਈ ਕਰਦਾ ਹੀ ਨਹੀਂ ਹਾਂ। ਜੇ ਕਦੀ ਕਿਸੇ ਦੀ ਸਿਫਾਰਿਸ਼ ਪਵਾ ਦਿਓ, ਜੇ ਸਾਡੇ ਹੱਕ ਵਿੱਚ ਕੋਈ ਖੜਾ ਹੀ ਹੋ ਗਿਆ ਤਾਂ ਉਹਨਾਂ ਦੇ ਸਾਹਮਣੇ ਤਾਂ ਬੋਲ ਦੇਣਾ ਕਰਾਂਗੇ, ਲੇਕਿਨ ਬਾਅਦ ਚੋਂ ਕਹਿੰਦੇ ਸੀਗੇ ਕਿ ਅਸੀਂ ਤੁਹਾਡੇ ਬੱਚਿਆਂ ਨੂੰ ਕਿਆ ਗੋਚ ਲੈ ਕੇ ਘੁੰਮੀਏ। ਕਾਫੀ ਮੁਸੀਬਤਾਂ, ਕਾਫੀ ਦਿੱਕਤਾਂ। ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਕਿਸੇ ਨਾਲ ਲੜਾਈ ਕਿਉਂ ਕਰਨੀ ਹੈ, ਮੇਰੀ ਤਾਂ ਕਿਸੇ ਨਾਲ ਕਿਉਂ ਲੜਾਈ ਹੈ, ਕਿਸੇ ਨਾਲ ਵੀ ਨਹੀਂ ਹੈ। ਮੇਰੀ ਤਾਂ ਲੜਾਈ ਉਸ ਰੱਬ ਨਾਲ ਹੀਗੀ ਨਾ ਜਿਹਦੇ ਅੱਗੇ ਮੈਂ ਫਰਿਆਦ ਕਰ ਸਕਦੀ ਸੀ ਦੋਨੋਂ ਹੱਥ ਜੋੜ ਕੇ ਕਿ ਮੇਰੇ ਬੱਚੇ ਤੁਸੀਂ ਦਿੱਤੇ ਨਾ ਤੇ ਉਹਨਾਂ ਦੇ ਵਾਸਤੇ ਕੁਝ ਕਰੋ। ਲੇਕਿਨ ਮੇਰੇ ਬੱਚਿਆਂ ਨੂੰ ਤਾਂ ਰੱਬ ਨੇ ਹੀ ਡੈਫ ਐਂਡ ਡੰਮ ਬਣਾਇਆ, ਜਿਹੜਾ ਸਭ ਕੁਝ ਸੁਣ ਸਕਦਾ ਹੈ। ਉਹਨੇ ਹੀ ਨਹੀਂ ਮੇਰੇ ਬੱਚਿਆਂ ਦਾ ਕੁਝ ਸੋਚਿਆ। ਤਾਂ ਮੈਂ ਇਨਸਾਨਾਂ ਨੂੰ ਜਿਸ ਸਿਸਟਮ ਨੂੰ ਬੋਲ ਕੇ ਕੀ ਕਰਨਾ ਹੈ, ਕੋਈ ਨਹੀਂ ਸੁਣਦਾ। ਮੈਂ 29 ਸਾਲ ਹੋ ਗਏ, ਮੇਰੇ ਹੁਣ ਤਾਂ ਸਰੀਰ ਵਿੱਚ ਵੀ ਇੰਨੇ ਜ਼ਖਮ ਬਣ ਗਏ। 2 ਵਾਰ ਮੈਨੂੰ ਅਟੈਕ ਹੋ ਗਿਆ ਹੈ, ਹਾਰਟ ਅਟੈਕ 2 ਵਾਰ ਹੋ ਚੁੱਕਾ ਮੈਨੂੰ ਇਸੇ ਕੰਮ ਵਿੱਚ ਕਿ ਸਾਡੇ ਜਿੰਦੇ ਜੀ ਨੇ ਕੋਈ ਪੁੱਛਦਾ, ਮਰਨ ਤੋਂ ਬਾਅਦ ਕਿਸੇ ਨੇ ਨਹੀਂ ਪੁੱਛਣਾ, ਕੋਈ ਨਹੀਂ ਸੁਣਦਾ ਹੈ। ਜਿਹਦੇ ਬੱਚੇ ਨੂੰ ਉਹਨੂੰ ਭਾਰੇ ਨੇ, ਹੋਰ ਕਿਸੇ ਨੂੰ ਕੁਝ ਨਹੀਂ ਹੈ, ਕੋਈ ਨਹੀਂ ਸੁਣਦਾ ਹੈ। ਕੈਪਟਨ ਸਾਹਿਬ ਨੂੰ ਰੋਜ਼ ਉਹਨਾਂ ਦਾ ਆਉਂਦਾ ਡੈਸ਼ ਆਸਕ ਕੈਪਟਨ, ਉਹਦੇ 'ਚ ਮੇਰਾ ਡੇਲੀ ਕਮੈਂਟ ਹੁੰਦਾ। ਸਾਨੂੰ ਉਹਨਾਂ ਨੇ ਕਦੀ ਕੋਈ ਰਿਪਲਾਈ ਨਹੀਂ ਦਿੱਤੀ। ਮੈਨੂੰ ਨਹੀਂ ਪਤਾ ਵੀ ਕਿਹਨਾਂ ਦੀਆਂ ਮੇਲਾਂ ਦੇ ਕਿਹਨਾਂ ਦੇ ਮੈਸੇਜਾਂ ਦੇ ਉਹ ਜਵਾਬ ਉਸ ਦਿਨ ਸ਼ਨੀਵਾਰ ਦਿੰਦੇ, ਮੈਨੂੰ ਨਹੀਂ ਪਤਾ, ਪਰ ਮੇਰਾ ਕਿਸੇ ਨੇ ਨਹੀਂ ਦਿੱਤਾ। ਇੱਕ ਹੋਰ ਉਹਨਾਂ ਦਾ ਹੈਗਾ ਗੌਰਮੈਂਟ ਆਫ ਪੰਜਾਬ, ਉਹਦੇ 'ਚ ਵੀ ਮੈਂ ਮੈਸੇਜ ਦਿੱਤੇ, ਤੁਸੀਂ ਮੇਰੇ ਮੋਬਾਈਲ ਤੋਂ ਦੇਖ ਸਕਦੇ ਹੋ, ਉਹਦੇ 'ਚ ਵੀ ਕੋਈ ਜਵਾਬ ਨਹੀਂ ਦਿੱਤਾ। ਉਹਨਾਂ ਦੇ ਕੋਲ ਸ਼ੇਰ ਗਿੱਲ ਸਾਹਿਬ ਦੇ ਬ੍ਰਦਰ ਨੇ, ਸ਼ੇਰ ਗਿੱਲ ਸਾਹਿਬ ਮੇਰੇ ਇੱਥੇ ਕੈਂਟ ਵਿੱਚ ਰਹਿੰਦੇ ਨੇ, ਮੇਜਰ ਜਨਰਲ ਸ਼ੇਰ ਗਿੱਲ, ਬਜਰਾ ਕੰਟੀਨ ਦੇ ਨੇੜੇ। ਮੈਂ ਉਹਨਾਂ ਨੂੰ ਵੀ ਜਾ ਕੇ ਮਿਲੀ ਕਿ ਤੁਹਾਡੇ ਬ੍ਰਦਰ ਉਹਨਾਂ ਦੇ ਕੋਲ ਹਨ, ਕੈਪਟਨ ਸਾਹਿਬ ਕੋਲ, ਤੁਸੀਂ ਉਹਨਾਂ ਨੂੰ ਬੋਲੋ ਮੇਰੇ ਬੱਚਿਆਂ ਦਾ ਕੁਝ ਕਰੋ। ਜਿਸ ਦਿਨ ਮੇਰੇ ਬ੍ਰਦਰ ਆਣਗੇ ਮੈਂ ਉਹਨਾਂ ਨਾਲ ਗੱਲ ਕਰਾਂਗਾ। ਜੇ ਮੈਂ ਤੁਹਾਨੂੰ ਉੱਥੇ ਭੇਜ ਦੇਵਾਂ CM ਆਫਿਸ, ਤੁਹਾਨੂੰ ਮਿਲਣ ਨਹੀਂ ਦੇਣਾ ਕਿਸੇ ਨੇ। ਅੱਜ 2 ਸਾਲ ਬੀਤ ਗਏ ਨੇ, ਉਹਨਾਂ ਨੇ ਵੀ ਕੁਝ ਨਹੀਂ ਕੀਤਾ। ਇਹ ਬੱਚੇ ਮੇਰੇ ਨੇ, ਮੈਨੂੰ ਭਾਰੇ ਨੇ, ਇਹਨਾਂ ਦੀ ਆਵਾਜ਼ ਮੈਂ ਬਣਨਾ, ਕਿਉਂਕਿ ਮੇਰੇ ਬੱਚੇ ਆਪਣੀ ਆਵਾਜ਼ ਕਿਸੇ ਦੇ ਅੱਗੇ ਨਹੀਂ ਰੱਖ ਸਕਦੇ। ਇਹ ਪਹਿਲਾਂ ਇਸ਼ਾਰੇ ਨਾਲ ਗੱਲ ਕਰਦੇ ਹੈ ਤਾਂ ਵੀ ਦੁਨੀਆ ਹੱਸਦੀ ਹੀ ਇਹਨਾਂ ਨੂੰ ਦੇਖ ਕੇ, ਇਹਨਾਂ ਦਾ ਮਜ਼ਾਕ ਬਣਾਉਂਦੇ ਹੈ। ਹੁਣ ਜੇ ਇਹ ਬੋਲ ਸਕਦੇ ਨੇ ਤਾਂ ਆਪਣਾ ਪਕਸ਼ ਨਹੀਂ ਸਾਹਮਣੇ ਰੱਖ ਸਕਦੇ, ਕਿਉਂਕਿ ਇਹਨਾਂ ਨੂੰ ਇੰਨੀ ਪੰਜਾਬੀ ਨਹੀਂ ਸਮਝ ਆਉਂਦੀ। ਇਹ ਆਰਮੀ ਕੁਆਟਰਾਂ 'ਚ ਰਹਿ ਕੇ ਜਿਨ੍ਹਾਂ ਸਕੂਲਾਂ 'ਚ ਇਹ ਰਹੇ, ਉੱਥੇ ਅਦਰ ਸਟੇਟ ਦੇ ਟੀਚਰ ਹੁੰਦੇ ਨੇ, ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ। ਉਹ ਸਾਨੂੰ ਕੋਆਪਰੇਟ ਕਰਨ ਨੂੰ ਬੋਲਦੇ ਕਿ ਇਹਨਾਂ ਨੂੰ ਹਿੰਦੀ ਸਿਖਾਓ, ਇਹ ਸਾਡੇ ਨਾਲ ਹਿੰਦੀ 'ਚ ਗੱਲ ਕਰਨ। ਪਰ ਇਹ ਹੈ ਕਿ ਮੈਂ ਇਹ ਕਹਿੰਦੀ ਹਾਂ ਕਿ ਅੱਜ ਵੀ ਮੇਰੇ ਬੱਚਿਆਂ ਦੀ ਇਹਨਾਂ ਦੀ ਕੋਈ ਬਾਂਹ ਫੜ ਲੈ। ਇਹ ਜਿਹੜੇ ਚੰਗੇ ਬੱਚੇ ਨੇ ਉਹਨਾਂ ਤੋਂ ਵੀ ਇਹ ਉੱਪਰ 10 ਗੁਣਾ ਜ਼ਿਆਦਾ ਬਣ ਕੇ ਇਹ ਦਿਖਾਣਗੇ, ਲੇਕਿਨ ਕੋਈ ਅੱਗੇ ਤਾਂ ਆਵੇ ਇਹਨਾਂ ਦੀ ਹੈਲਪ ਕਰਨੇ ਨੂੰ, ਕੋਈ ਇਹਨਾਂ ਦੀ ਬਾਂਹ ਤਾਂ ਫੜੇ, ਇਹਨਾਂ ਦਾ ਸਾਥ ਤਾਂ ਦੇਵੇ। ਮੈਂ ਕੁਝ ਨਹੀਂ ਕਰ ਸਕਦੀ, ਜਿੰਨਾ ਮੈਂ ਕਰ ਸਕਦੀ ਸੀ ਕਿ 29 ਸਾਲ ਮੈਂ ਆਪਣੇ ਅਸੀਂ ਪੈਸੇ ਲਗਾ ਕੇ ਆਪਣੇ ਲੈਵਲ ਪਰ ਆਪਣੀ ਮਿਹਨਤ ਮਜ਼ਦੂਰੀ ਕਰਕੇ ਅਸੀਂ ਇਹਨਾਂ ਨੂੰ ਇੱਥੇ ਤੱਕ ਪਹੁੰਚਾਤਾ ਹੈ। ਇਸ ਤੋਂ ਅੱਗੇ ਜੋ ਹੁਣ ਇਹਨਾਂ ਦੇ ਵਾਸਤੇ ਚਾਹੀਦਾ ਹੈ ਉਹ ਸਰਕਾਰ ਦੇ ਸਕਦੀ ਹੈ, ਤਾਂ ਸਰਕਾਰ ਜਦ ਸੁਣਦੀ ਨਹੀਂ ਤਾਂ ਮੈਂ ਕਿਹਨੂੰ ਬੋਲਾਂ। ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ। ਬੜੀ ਹਿੰਮਤ ਹੈ ਇਸ ਮਾਂ ਦੀ ਜਿਸਨੇ ਹੈਂਡੀਕੈਪ 2 ਬੱਚੇ ਸੀ ਜਿਨ੍ਹਾਂ ਨੂੰ ਪੜ੍ਹਾਇਆ ਲਿਖਾਇਆ। ਉਹਨਾਂ ਦੇ 18 ਸਾਲ ਬਾਅਦ ਇਹਨਾਂ ਬੱਚਿਆਂ ਨੇ ਬੋਲਣਾ ਤੇ ਸੁਣਨਾ ਸ਼ੁਰੂ ਕੀਤਾ ਅਤੇ ਇੱਕ ਵਧੀਆ ਪਲੇਅਰ ਬਣੇ। ਪਰ ਬਦਕਿਸਮਤੀ ਇੱਥੇ ਸਿਸਟਮ ਦੀ ਹੈ ਜਿੱਥੇ ਇਹ ਬੱਚੇ ਕਿਸੇ ਪਾਸੇ ਨਹੀਂ ਲੱਗ ਸਕੇ ਅਤੇ ਅੱਜ ਇਸ ਸਿਸਟਮ ਦੇ ਕਾਰਨ ਹੀ ਇਹਨਾਂ ਬੱਚਿਆਂ ਦੀ ਹਿੰਮਤ ਟੁੱਟ ਚੁੱਕੀ ਹੈ। ਬੱਚਿਆਂ ਨੂੰ ਨੌਕਰੀ ਨਹੀਂ ਮਿਲ ਰਹੀ ਅਤੇ ਇੱਕ ਇਹਨਾਂ ਦਾ ਬੱਚਾ ਹੋਰ ਵੀ ਹੈ ਜਿਹੜਾ ਤਿਆਰੀ ਕਰ ਰਿਹਾ ਹੈ ਬੱਚਾ, ਉਹ ਵੀ ਹਾਕੀ ਦੇ ਵਿੱਚ 골ਡ ਮੈਡਲਿਸਟ ਹੈ। ਇਸ ਘਰ ਦੇ ਵਿੱਚ 3 ਬੱਚੇ ਨੇ, ਤਿੰਨੇ 골ਡ ਮੈਡਲਿਸਟ ਨੇ, ਪਰ ਬਦਕਿਸਮਤੀ ਇਹੀ ਹੈ ਕਿ ਇਹ ਬੱਚੇ ਤਿੰਨੇ ਬੇਰੁਜ਼ਗਾਰ ਨੇ ਅਤੇ ਸਰਕਾਰ ਵੱਲੋਂ ਕੋਈ ਵੀ ਇਹਨਾਂ ਦਾ ਸਾਥ ਨਹੀਂ ਦਿੱਤਾ ਜਾ ਰਿਹਾ। ਕੈਮਰਾਮੈਨ ਰਵਿੰਦਰ ਕੁਮਾਰ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, TV ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ
ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।